ਹੈਲੋ ਪਿਆਰੇ ਬੱਚਿਓ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪਿਆਰੇ ਬੱਚਿਓ, ਕੀ ਹਾਲ ਹੈ ਤੁਹਾਡਾ? ਬਿਲਕੁਲ ਠੀਕ ਠਾਕ ਹੋ? ਬੇਟਾ ਮੈਂ ਵੀ ਬਿਲਕੁਲ ਠੀਕ ਠਾਕ ਹਾਂ। ਔਰ ਤੁਸੀਂ ਆਪਣੀ ਜਗ੍ਹਾ 'ਤੇ ਬਿਲਕੁਲ ਠੀਕ ਠਾਕ ਰਹੋ। ਇਸ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਘਰਾਂ ਵਿੱਚ ਹੀ ਸੇਫ ਰਹੋ, ਬਾਹਰ ਨਾ ਨਿਕਲੋ। ਜਦੋਂ ਵੀ ਕਿਤੇ ਲੋੜ ਪੈਂਦੀ ਹੈ ਬਾਹਰ ਜਾਣ ਦੀ, ਆਪਣੇ ਤੋਂ ਵੱਡਿਆਂ ਨੂੰ ਬਾਹਰ ਭੇਜੋ, ਮਾਸਕ ਲਗਾ ਕੇ ਭੇਜੋ, ਹੱਥਾਂ ਨੂੰ ਲਗਾਤਾਰ ਧੋਂਦੇ ਰਹੋ ਔਰ ਆਪਣੀ ਸਫਾਈ ਰੱਖੋ। ਵਿਟਾਮਿਨ ਸੀ ਨਾਲ ਭਰਪੂਰ ਖੁਰਾਕ ਲਵੋ। ਕੋਸ਼ਿਸ਼ ਕਰੋ ਕਿ ਘਰਾਂ ਵਿੱਚ ਹੀ ਰਹੋ, ਬਾਹਰ ਨਾ ਨਿਕਲੋ। ਦੂਸਰਿਆਂ ਨਾਲ ਜ਼ਿਆਦਾ ਮੇਲ ਮਿਲਾਪ ਨਾ ਰੱਖੋ, ਤਾਂ ਹੀ ਸਾਡਾ ਅਤੇ ਦੂਸਰਿਆਂ ਦਾ ਬਚਾਅ ਜਿਹੜਾ ਹੈ ਉਹ ਸੰਭਵ ਹੋ ਸਕੇਗਾ ਬੇਟਾ। ਸੋ ਸਾਰੇ ਅਧਿਆਪਕ ਸਾਥੀ ਔਰ ਜਿੰਨੇ ਵੀ ਮਾਪੇ ਸਾਹਿਬਾਨ ਜੁੜੇ ਨੇ, ਉਹਨਾਂ ਦਾ ਸਵਾਗਤ ਕਰਦੇ ਹੋਏ ਜਮਾਤ ਚੌਥੀ ਦੇ ਵਾਤਾਵਰਨ ਸਿੱਖਿਆ ਦੇ ਪਾਠ ਖੇਤ ਤੋਂ ਘਰ ਤੱਕ, ਜਿਹੜਾ ਕਿ ਅਸੀਂ ਤਕਰੀਬਨ ਅੱਧਾ ਕੁ ਪਾਠ ਪੜ੍ਹ ਚੁੱਕੇ ਹਾਂ, ਉਸ ਤੋਂ ਅੱਗੇ ਅੱਜ ਅਸੀਂ ਪੜ੍ਹਨਾ ਸ਼ੁਰੂ ਕਰਨਾ ਹੈ। ਆਪਾਂ ਸਿੱਧਾ ਪਹੁੰਚਦੇ ਹਾਂ ਕਿ ਆਪਾਂ ਕਿੱਥੋਂ ਤੱਕ ਪੜ੍ਹਿਆ ਹੈ। ਇਹਦੇ ਵਾਸਤੇ ਜ਼ਰੂਰੀ ਹੈ ਕਿ ਅਸੀਂ ਪਹਿਲਾਂ ਦੇਖ ਲਈਏ ਕਿ ਅਸੀਂ ਕਿੱਥੇ ਜਾ ਕੇ ਰੁਕੇ ਸੀ। ਸੋ ਸਭ ਤੋਂ ਪਹਿਲਾਂ ਆਪਣੀਆਂ ਬੁੱਕਸ ਜਿਹੜੀਆਂ ਕਿਤਾਬਾਂ ਨੇ, ਮੇਰੀ ਦੁਨੀਆ, ਜਮਾਤ ਚੌਥੀ ਔਰ ਪਾਠ ਦਾ ਨਾਮ ਖੇਤ ਤੋਂ ਘਰ ਤੱਕ, ਪਾਠ ਨੰਬਰ 10, ਇਹ ਤੁਸੀਂ ਸਾਰੇ ਬੱਚੇ ਕੱਢ ਲਓ। ਕੱਢਣ ਤੋਂ ਬਾਅਦ ਮੈਂ ਸਕਰੋਲ ਕਰ ਰਿਹਾ ਹਾਂ, ਥੱਲੇ ਜਾ ਰਿਹਾ ਹਾਂ ਜਿੱਥੋਂ ਤੱਕ ਅਸੀਂ ਇਹ ਪਾਠ ਪੜ੍ਹਿਆ ਸੀ। ਇੱਥੋਂ ਤੱਕ ਬੇਟਾ ਅਸੀਂ ਪਾਠ ਪੜ੍ਹਿਆ ਸੀ ਜਿੱਥੇ ਆਪਾਂ ਕਿਰਿਆ ਨੰਬਰ 3 ਕੀਤੀ ਸੀ ਕਿ ਤੁਹਾਡੇ ਘਰ 'ਚ ਕਿਹੜੇ ਕਿਹੜੇ ਅਨਾਜ, ਦਾਲਾਂ ਅਤੇ ਖਾਣ ਵਾਲੇ ਤੇਲ ਵਰਤੇ ਜਾਂਦੇ ਨੇ। ਉਹ ਆਪਣੇ ਮਾਤਾ ਜੀ ਦੀ ਸਹਾਇਤਾ ਨਾਲ ਤੁਸੀਂ ਜਿਹੜਾ ਹੈ ਉਹਨਾਂ ਨੂੰ ਲਿਖਣਾ ਸੀ ਕਿ ਅਨਾਜ ਕਿਹੜੀਆਂ ਨੇ, ਦਾਲਾਂ ਕਿਹੜੀਆਂ ਨੇ ਅਤੇ ਤੇਲ ਕਿਹੜੇ ਨੇ। ਸੋ ਇਸ ਤੋਂ ਅੱਗੇ ਆਪਾਂ ਅੱਜ ਪੜ੍ਹਨਾ ਸ਼ੁਰੂ ਕਰਦੇ ਹਾਂ। ਇਸੇ ਦੌਰਾਨ ਖੁਸ਼ਮਨ ਦੇ ਪਿਤਾ ਜੀ ਨੇ ਸਾਰੇ ਬੱਚਿਆਂ ਨੂੰ ਬਾਗ ਵਿੱਚੋਂ ਤੋੜ ਕੇ ਤਾਜ਼ੇ ਕਿੰਨੂ ਖਾਣ ਲਈ ਦਿੱਤੇ। ਕਿਰਨ, ਅੰਕਲ, ਇਹ ਕਿੰਨੂ ਤਾਂ ਮੇਰੇ ਮਾਤਾ ਜੀ ਨੇ ਸਵੇਰੇ ਸਵੇਰੇ ਰੇਹੜੀ ਵਾਲੇ ਤੋਂ ਖਰੀਦੇ ਹਨ। ਉਸ ਕੋਲ ਇਹ ਕਿੰਨੂ ਕਿਵੇਂ ਪਹੁੰਚਦੇ ਹਨ? ਅਧਿਆਪਕ, ਬੱਚਿਓ, ਅੱਜ ਸਾਨੂੰ ਫਸਲਾਂ ਨੂੰ ਉਗਾਉਣ ਤੋਂ ਲੈ ਕੇ ਸਾਡੇ ਘਰ ਪਹੁੰਚਾਉਣ ਤੱਕ ਦੇ ਸਫ਼ਰ ਬਾਰੇ ਜਾਣਕਾਰੀ ਖੁਸ਼ਮਨ ਦੇ ਪਿਤਾ ਜੀ ਦੇਣਗੇ। ਪਿਤਾ ਜੀ, ਬੇਟਾ, ਵੱਖ-ਵੱਖ ਕਿਸਾਨ ਆਪਣੀ ਜ਼ਮੀਨ ਅਤੇ ਲੋੜ ਅਨੁਸਾਰ ਖੇਤਾਂ ਵਿੱਚ ਅਨਾਜ, ਦਾਲਾਂ, ਫਲ ਅਤੇ ਸਬਜ਼ੀਆਂ ਪੈਦਾ ਕਰਦੇ ਹਨ। ਸਭ ਤੋਂ ਪਹਿਲਾਂ ਖੇਤ ਨੂੰ ਟਰੈਕਟਰ ਜਾਂ ਬਲਦਾਂ ਦੀ ਮਦਦ ਨਾਲ ਚੰਗੀ ਤਰ੍ਹਾਂ ਵਾਹ ਕੇ ਬਿਜਾਈ ਲਈ ਤਿਆਰ ਕਰ ਲਿਆ ਜਾਂਦਾ ਹੈ। ਫਿਰ ਮੌਸਮ ਅਨੁਸਾਰ ਅਸੀਂ ਫਸਲਾਂ ਬੀਜਦੇ ਹਾਂ। ਸਾਉਣੀ ਦੀ ਫਸਲ ਵਿੱਚ ਚਾਵਲ ਲਗਾਏ ਜਾਂਦੇ ਹਨ ਅਤੇ ਹਾੜੀ ਦੀ ਫਸਲ ਵਿੱਚ ਕਣਕ ਬਿਜਾਈ ਕੀਤੀ ਜਾਂਦੀ ਹੈ। ਇਹ ਬੇਟਾ ਯਾਦ ਰੱਖਣਾ ਕਿਉਂਕਿ ਇਸ ਕੁਐਸਚਨ ਵਿੱਚ ਵੀ ਪੁੱਛਿਆ ਜਾਏਗਾ ਕਿ ਹਾੜੀ ਅਤੇ ਸਾਉਣੀ ਦੇ ਵਿੱਚ ਕਿਹੜੀ ਕਿਹੜੀ ਫਸਲ ਬੀਜੀ ਜਾਂਦੀ ਹੈ। ਇਸ ਤੋਂ ਅੱਗੇ ਅਗਲਾ ਪੈਰਾ, ਖੇਤਾਂ ਵਿੱਚ ਬੀਜ ਬੀਜਣ ਦੇ ਨਾਲ ਨਾਲ ਖਾਦ ਵੀ ਪਾਈ ਜਾਂਦੀ ਹੈ ਤਾਂ ਜੋ ਫਸਲ ਦੀ ਪੈਦਾਵਾਰ ਜ਼ਿਆਦਾ ਹੋ ਸਕੇ। ਫਸਲ ਨੂੰ ਸੋਕੇ ਤੋਂ ਬਚਾਉਣ ਲਈ ਸਮੇਂ-ਸਮੇਂ 'ਤੇ ਪਾਣੀ ਵੀ ਲਾਇਆ ਜਾਂਦਾ ਹੈ। ਸਮੇਂ-ਸਮੇਂ 'ਤੇ ਫਸਲ ਨੂੰ ਕੀਟਾਂ ਤੋਂ ਬਚਾਉਣ ਲਈ ਕੀਟਨਾਸ਼ਕ ਅਤੇ ਵਾਧੂ ਪੌਦਿਆਂ ਦੀ ਰੋਕਥਾਮ ਲਈ ਨਦੀਨਨਾਸ਼ਕ ਦਵਾਈਆਂ ਛਿੜਕੀਆਂ ਜਾਂਦੀਆਂ ਹਨ। ਲਗਾਤਾਰ 6 ਮਹੀਨੇ ਵਿੱਚ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਥ੍ਰੈਸ਼ਰ ਜਾਂ ਕੰਬਾਈਨ ਦੀ ਵਰਤੋਂ ਕਰਕੇ ਇਸ ਵਿੱਚੋਂ ਦਾਣੇ ਕੱਢ ਲਏ ਜਾਂਦੇ ਹਨ। ਸਬਜ਼ੀਆਂ ਅਤੇ ਫਲਾਂ ਨੂੰ ਹੱਥਾਂ ਨਾਲ ਤੋੜ ਲਿਆ ਜਾਂਦਾ ਹੈ। ਪੇਜ ਨੰਬਰ 65 ਹੈਗੇ ਬੇਟਾ।
ਤੁਹਾਨੂੰ ਉੱਪਰ ਤਸਵੀਰ ਨਜ਼ਰ ਆ ਰਹੀ ਹੈ, ਇਹ ਕੰਬਾਈਨ ਦੀ ਤਸਵੀਰ ਹੈ। ਤੁਸੀਂ ਆਮ ਹੀ ਦੇਖੀ ਹੋਣੀ ਪਿੰਡਾਂ ਵਿੱਚ ਕਣਕ ਅਤੇ ਚਾਵਲ ਦੀ ਕਟਾਈ ਜਦੋਂ ਕੀਤੀ ਜਾਂਦੀ ਹੈ, ਝੋਨੇ ਦੀ ਕਟਾਈ ਕੀਤੀ ਜਾਂਦੀ ਹੈ, ਤਾਂ ਇਸ ਮਸ਼ੀਨ ਦੀ ਵਰਤੋਂ ਜਿਹੜੀ ਹੈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਹ ਹੋਰ ਫਸਲਾਂ ਦੀ ਕਟਾਈ ਵੀ ਕਰਦੀ ਹੈ, ਜਿਹਦੇ ਵਿੱਚ ਜ਼ਿਆਦਾਤਰ ਜਿਹੜਾ ਹੈ, ਜਿਸ ਨੂੰ ਅਸੀਂ ਅਜਵਾਇਨ ਕਹਿੰਦੇ ਹਾਂ, ਠੀਕ ਹੈ, ਜਾਂ ਕਰਨੌਲੀ ਨਾਂ ਦਾ ਜਿਹੜਾ ਪੌਦਾ ਹੁੰਦਾ ਹੈ ਉਹ ਉਗਾਇਆ ਜਾਂਦਾ ਹੈ, ਦਵਾਈਆਂ ਵਿੱਚ ਪੈਂਦਾ ਹੈ, ਉਸ ਨੂੰ ਜਿਹੜਾ ਹੈ ਇਹ ਮਸ਼ੀਨ ਕਟਾਈ ਕਰਦੀ ਹੈ। ਇਸ ਤੋਂ ਇਲਾਵਾ ਫਲਾਂ ਦੀ ਤਸਵੀਰ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ, ਵੱਖ-ਵੱਖ ਫਲ ਨੇ, ਇਹ ਕਿੰਨੂ ਨੇ, ਕਿੰਨੂਆਂ ਦੀ ਤਸਵੀਰ ਹੈ, ਕਿੰਨੂਆਂ ਦਾ ਪੌਦਾ ਹੈ। ਔਰ ਥੱਲੇ ਹੁਣ ਆਪਾਂ ਨੈਕਸਟ ਪੈਰਾ ਪੜ੍ਹਦੇ ਹਾਂ ਬੇਟਾ। ਬੇਟਾ ਕਣਕ, ਚਾਵਲ ਅਤੇ ਦਾਲਾਂ ਨੂੰ ਟਰਾਲੀ ਵਿੱਚ ਪਾ ਕੇ ਮੰਡੀ ਵਿੱਚ ਲਿਜਾਇਆ ਜਾਂਦਾ ਹੈ। ਅਸੀਂ ਸਬਜ਼ੀਆਂ ਅਤੇ ਫਲ ਸ਼ਾਮ ਨੂੰ ਤੋੜ ਕੇ ਵੱਖ-ਵੱਖ ਬੋਰੀਆਂ ਜਾਂ ਡੱਬਿਆਂ ਵਿੱਚ ਪਾ ਲੈਂਦੇ ਹਾਂ। ਇਹਨਾਂ ਨੂੰ ਵਾਹਨਾਂ ਰਾਹੀਂ ਸਬਜ਼ੀ ਮੰਡੀ ਵਿੱਚ ਲੈ ਜਾਂਦੇ ਹਾਂ। ਉੱਥੋਂ ਵਪਾਰੀ ਇਹਨਾਂ ਨੂੰ ਬੋਲੀ ਲਗਾ ਕੇ ਖਰੀਦ ਲੈਂਦੇ ਹਨ। ਨੀਚੇ ਤੁਸੀਂ ਮੰਡੀ ਦੀ ਤਸਵੀਰ ਦੇਖ ਰਹੇ ਹੋ, ਜਿੱਥੇ ਸਫਾਈ ਕੀਤੀ ਜਾ ਰਹੀ ਹੈ। ਸਫਾਈ ਤੋਂ ਬਾਅਦ ਜਿਹੜਾ ਹੈ ਉਹ ਬੋਲੀ ਲਗਾਈ ਜਾ ਰਹੀ ਹੈ। ਬੋਲੀ ਦਾ ਭਾਵ ਇਹ ਹੁੰਦਾ ਹੈ ਬੱਚਿਓ ਕਿ ਅਨਾਜ ਦੀ ਜਿਹੜੀ ਕੀਮਤ ਹੈ ਉਹ ਨਿਰਧਾਰਿਤ ਕੀਤੀ ਜਾਂਦੀ ਹੈ ਵੱਖ-ਵੱਖ ਖਰੀਦਣ ਵਾਲਿਆਂ ਵੱਲੋਂ। ਜਦੋਂ ਉਹ ਇੱਕ ਭਾਅ ਮੁਕਰਰ ਕਰ ਲੈਂਦੇ ਨੇ ਤਾਂ ਉਹ ਉਸ ਢੇਰੀ ਨੂੰ, ਉਸ ਫਸਲ ਨੂੰ, ਉਸ ਜਿਣਸ ਨੂੰ ਖਰੀਦ ਲੈਂਦੇ ਨੇ। ਖਰੀਦਣ ਤੋਂ ਬਾਅਦ ਫਿਰ ਅੱਗੇ ਉਹ ਵਰਤੋਂ ਵਾਸਤੇ ਅੱਗੇ ਭੇਜ ਦਿੱਤੀ ਜਾਂਦੀ ਹੈ। ਸੋ ਥੱਲੇ ਤੁਸੀਂ ਦੇਖ ਰਹੇ ਹੋ ਕਿ ਅਨਾਜ ਮੰਡੀ ਵਿੱਚ ਪਿਆ ਹੋਇਆ ਹੈ ਔਰ ਮਜ਼ਦੂਰ ਜਿਹੜੇ ਨੇ ਉਹ ਇਸ ਅਨਾਜ ਦੀ ਦੇਖਭਾਲ ਕਰ ਰਹੇ ਨੇ, ਇਸ ਦੀ ਚੁਕਾਈ ਵਾਸਤੇ ਇੰਤਜ਼ਾਮ ਜਿਹੜੇ ਨੇ ਉਹ ਕਰ ਰਹੇ ਨੇ। ਆਪਾਂ ਪੇਜ ਨੰਬਰ 66 ਤੇ 66 ਤੇ ਆ ਗਏ ਹਾਂ। ਇਸ ਨੂੰ ਪੜ੍ਹਦੇ ਹਾਂ। ਰੇਹੜੀ ਵਾਲੇ ਅਤੇ ਦੁਕਾਨਦਾਰ ਵਪਾਰੀਆਂ ਤੋਂ ਲੋੜ ਅਨੁਸਾਰ ਫਲ ਅਤੇ ਸਬਜ਼ੀਆਂ ਨੂੰ ਖਰੀਦ ਕੇ ਤੁਹਾਨੂੰ ਵੇਚ ਦਿੰਦੇ ਹਨ। ਵਪਾਰੀ ਫਲਾਂ ਸਬਜ਼ੀਆਂ ਨੂੰ ਟਰੱਕਾਂ ਅਤੇ ਰੇਲ ਗੱਡੀਆਂ ਰਾਹੀਂ ਦੂਜੇ ਰਾਜਾਂ ਵਿੱਚ ਵੀ ਭੇਜ ਦਿੰਦੇ ਹਨ। ਇਸ ਤਰ੍ਹਾਂ ਹੋਰ ਫਸਲਾਂ ਵੀ ਪਹਿਲਾਂ ਕਿਸਾਨ ਖੇਤ ਵਿੱਚ ਪੈਦਾ ਕਰਦੇ ਹਨ, ਮੰਡੀ ਵਿੱਚ ਲੈ ਕੇ ਜਾਂਦੇ ਹਨ, ਫਿਰ ਮੰਡੀ ਤੋਂ ਵਾਪਸ ਇਹ ਦੁਕਾਨਾਂ 'ਤੇ ਪਹੁੰਚ ਜਾਂਦੀਆਂ ਹਨ। ਦੁਕਾਨਾਂ ਤੋਂ ਘਰ ਦੀ ਜ਼ਰੂਰਤ ਅਨੁਸਾਰ ਅਸੀਂ ਇਹਨਾਂ ਨੂੰ ਖਰੀਦ ਲੈਂਦੇ ਹਾਂ। ਇਸ ਨੂੰ ਹੀ ਮੰਡੀਕਰਨ ਕਹਿੰਦੇ ਹਨ। ਠੀਕ ਹੈ ਬੇਟਾ। ਨੀਚੇ ਫਿਰ ਕੁਝ ਦੁਕਾਨਾਂ ਨੇ, ਜਦੋਂ ਮੰਡੀ ਵਿੱਚੋਂ ਬੋਲੀ ਲਗਾ ਕੇ ਸਮਾਨ ਦੁਕਾਨਾਂ ਵਾਲੇ, ਪਰਚੂਨ ਵਾਲੇ ਲੈ ਜਾਂਦੇ ਨੇ, ਉਹ ਅੱਗੋਂ ਤੁਹਾਨੂੰ ਵੇਚਦੇ ਨੇ। ਤੁਸੀਂ ਇੱਦਾਂ ਦੁਕਾਨਾਂ ਤੋਂ ਜਾ ਕੇ ਜਿਹੜਾ ਹੈ ਆਪਣਾ ਸੌਦਾ, ਫਲ, ਸਬਜ਼ੀਆਂ ਜਿਹੜੀਆਂ ਉਹ ਖਰੀਦਦੇ ਹੋ। ਠੀਕ ਹੈ ਬੇਟਾ। ਤੁਸੀਂ ਥੱਲੇ ਚਿੱਤਰ ਦੇਖ ਵੀ ਰਹੇ ਹੋ ਕਿ ਕੁਝ ਆਦਮੀ, ਕੁਝ ਔਰਤਾਂ ਫਲ ਅਤੇ ਸਬਜ਼ੀਆਂ ਜਿਹੜੀਆਂ ਉਹ ਖਰੀਦ ਰਹੇ ਨੇ। ਔਰ ਇਹ ਸਬਜ਼ੀ ਮੰਡੀ ਦਾ ਦ੍ਰਿਸ਼ ਹੈ। ਸਬਜ਼ੀ ਮੰਡੀ ਵਿੱਚ ਖਾਸ ਤੌਰ 'ਤੇ ਤੁਹਾਨੂੰ ਦੇਖਣ ਨੂੰ ਮਿਲੇਗਾ, ਵੈਸੇ ਤਾਂ ਲੋਕਲ ਰੇਹੜੀਆਂ, ਦੁਕਾਨਾਂ ਤੁਹਾਨੂੰ ਆਮ ਹੀ ਜਿਹੜੀਆਂ ਉਹ ਮਿਲ ਜਾਂਦੀਆਂ, ਤੁਹਾਡੇ ਪਿੰਡਾਂ ਵਿੱਚ ਵੀ ਮਿਲ ਜਾਂਦੀਆਂ। ਨੈਕਸਟ ਕੁਲਦੀਪ ਕੀ ਪੁੱਛ ਰਿਹਾ। ਕੁਲਦੀਪ, ਮੇਰੇ ਪਿਤਾ ਜੀ ਟਰੱਕ ਚਲਾਉਂਦੇ ਹਨ। ਉਹ ਮਹਾਰਾਸ਼ਟਰ ਵਿੱਚ ਕੇਲੇ ਅਤੇ ਪਿਆਜ਼, ਜੰਮੂ ਕਸ਼ਮੀਰ ਲੈ ਕੇ ਜਾਂਦੇ ਹਨ। ਉੱਥੋਂ ਸੇਬ ਲੈ ਕੇ ਪੰਜਾਬ ਮੁੜ ਆਉਂਦੇ ਹਨ। ਬੱਚਿਓ, ਪਿਤਾ ਜੀ, ਬੱਚਿਓ, ਇਸੇ ਤਰ੍ਹਾਂ ਇੱਕ ਰਾਜ ਵਿੱਚ ਉਗਾਈ ਜਾਂਦੀ ਫਸਲ ਦੂਜੇ ਰਾਜ ਵਿੱਚ ਭੇਜੀ ਜਾਂਦੀ ਹੈ। ਦੂਜੇ ਰਾਜਾਂ ਵਿੱਚ ਉਸ ਫਸਲ ਜਿਹੜੀ ਭੇਜੀ ਜਾਂਦੀ ਹੈ, ਜਿਹੜੀ ਕਿ ਇੱਕ ਰਾਜ ਵਿੱਚ ਉਗਾਈ ਜਾਂਦੀ ਹੈ। ਇਸ ਤਰ੍ਹਾਂ ਹੀ ਦੂਜੇ ਰਾਜਾਂ 'ਚ ਉਗਾਈਆਂ ਜਾਣ ਵਾਲੀਆਂ ਫਸਲਾਂ ਜਿਹੜੀਆਂ ਨੇ ਉਹ ਹੋਰ ਦੂਜੇ ਰਾਜਾਂ ਵਿੱਚ ਭੇਜ ਦਿੱਤੀਆਂ ਜਾਂਦੀਆਂ ਹਨ। ਅੱਜ ਕੱਲ੍ਹ ਦੂਜੇ ਦੇਸ਼ਾਂ ਦੀਆਂ ਸਬਜ਼ੀਆਂ ਅਤੇ ਫਲ ਵੀ ਸਾਰਾ ਸਾਲ ਆਪਣੀ ਮੰਡੀ ਵਿੱਚ
ਮਿਲਦੇ ਰਹਿੰਦੇ ਹਨ। ਪਾਠ ਬੇਟਾ ਤੁਹਾਡਾ ਸਮਾਪਤ ਹੋ ਗਿਆ। ਕੁਛ ਯਾਦ ਰੱਖਣਯੋਗ ਗੱਲਾਂ ਨੇ ਜਿਹੜੀਆਂ ਪਾਠ ਤੋਂ ਬਾਅਦ ਹਮੇਸ਼ਾ ਆਉਂਦੀਆਂ ਨੇ, ਜਿਹੜੀਆਂ ਕਿ ਤੁਹਾਡੇ ਧਿਆਨ ਵਿੱਚ ਹਮੇਸ਼ਾ ਹੋਣੀਆਂ ਚਾਹੀਦੀਆਂ ਨੇ। ਇਹਦਾ ਮਤਲਬ ਇਹ ਹੁੰਦਾ ਹੈ ਕਿਉਂ ਯਾਦ ਰੱਖਣਯੋਗ ਨੇ, ਕਿਉਂਕਿ ਜਦੋਂ ਅਸੀਂ ਪਾਠ ਪੜ੍ਹਿਆ, ਪਾਠ ਦੇ ਵਿੱਚ ਹੋਰ ਜਾਣਕਾਰੀ ਤਾਂ ਤੁਹਾਨੂੰ ਮਿਲੀ ਨਾਲ ਕੁਛ ਇਹੋ ਜਿਹੀਆਂ ਗੱਲਾਂ ਵੀ ਮਿਲੀਆਂ ਜਿਹੜੀਆਂ ਹਮੇਸ਼ਾ ਤੁਹਾਡੇ ਕੋਲ ਰਹਿਣੀਆਂ ਚਾਹੀਦੀਆਂ ਨੇ, ਤੁਹਾਨੂੰ ਯਾਦ ਰਹਿਣੀਆਂ ਚਾਹੀਦੀਆਂ ਨੇ, ਤੁਹਾਡੇ ਰੋਜ਼ਾਨਾ ਜੀਵਨ ਦੇ ਵਿੱਚ ਕੰਮ ਆਉਂਦੀਆਂ ਨੇ। ਇਸ ਕਰਕੇ ਹੀ ਯਾਦ ਰੱਖਣਯੋਗ ਗੱਲਾਂ ਬਾਰੇ ਧਿਆਨ ਅਤੇ ਫੋਕਸ ਜਿਹੜਾ ਹੈ ਜ਼ੋਰ ਦਿੱਤਾ ਜਾਂਦਾ ਹੈ। ਸੋ ਪਿਆਰੇ ਬੱਚਿਓ, ਪਹਿਲਾ ਹੈ ਯਾਦ ਰੱਖਣਯੋਗ ਗੱਲਾਂ ਦੇ ਵਿੱਚ ਕਿਸਾਨ ਖੇਤਾਂ ਵਿੱਚ ਫਲ, ਸਬਜ਼ੀਆਂ, ਅਨਾਜ ਅਤੇ ਦਾਲਾਂ ਉਗਾਉਂਦੇ ਹਨ। ਦੂਜੀ ਗੱਲ, ਮਸਾਲੇ ਸਾਡੇ ਭੋਜਨ ਨੂੰ ਸੁਗੰਧਿਤ ਅਤੇ ਸਵਾਦ ਬਣਾਉਂਦੇ ਹਨ, ਖੁਸ਼ਬੂ ਵੀ ਦਿੰਦੇ ਆ ਅਤੇ ਸਵਾਦ ਵੀ ਬਣਾਉਂਦੇ ਆ। ਕਿਸਾਨ ਫਸਲਾਂ ਨੂੰ ਮੰਡੀ ਵਿੱਚ ਵੇਚਦੇ ਹਨ। ਸਾਡੇ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਲੋਕ ਭਿੰਨ ਭੋਜਨ ਖਾਂਦੇ ਹਨ। ਇਹਦੇ ਬਾਰੇ ਵੀ ਚਰਚਾ ਹੋਈ ਸੀ ਬੇਟਾ ਕਿ ਵੱਖ-ਵੱਖ ਰਾਜਾਂ ਦੇ ਵਿੱਚ ਵੱਖ-ਵੱਖ ਭੋਜਨ ਜਿਹੜੇ ਖਾਧੇ ਜਾਂਦੇ ਨੇ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਫੁਲਕਾ ਯਾਨੀ ਕਿ ਰੋਟੀ ਅਤੇ ਸਬਜ਼ੀ ਮਸ਼ਹੂਰ ਹੈ। ਇਸੇ ਤਰ੍ਹਾਂ ਹੀ ਹੋਰ ਸਟੇਟਾਂ ਦੇ ਵਿੱਚ, ਜਿਸ ਤਰ੍ਹਾਂ ਕੇਰਲਾ ਦੇ ਵਿੱਚ ਮਛਲੀ ਅਤੇ ਚਾਵਲ ਮਸ਼ਹੂਰ ਹਨ। ਇਸੇ ਤਰ੍ਹਾਂ ਹੀ ਬਿਹਾਰ ਔਰ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੇ ਨੇ ਉਹ ਚਾਵਲ ਮਸ਼ਹੂਰ ਹਨ, ਕਿਉਂਕਿ ਸਭ ਤੋਂ ਜ਼ਿਆਦਾ ਖੇਤੀ ਵੀ ਇੱਥੇ ਹੁੰਦੀ ਹੈ। ਇਸ ਤਰ੍ਹਾਂ ਵੱਖ-ਵੱਖ ਰਾਜਾਂ ਦੇ ਵਿੱਚ ਜਿਹੜੀਆਂ ਨੇ ਵੱਖ-ਵੱਖ ਜਿਹੜੀਆਂ ਖੁਰਾਕ ਆ, ਸਬਜ਼ੀਆਂ ਅਤੇ ਅਨਾਜ ਜਿਹੜੇ ਆ ਖਾਧੇ ਜਾਂਦੇ ਨੇ। ਸੋ ਇਸ ਤੋਂ ਇਲਾਵਾ ਬੇਟਾ ਕੁਛ ਮੌਖਿਕ ਪ੍ਰਸ਼ਨ ਨੇ, ਉਹਨਾਂ ਬਾਰੇ ਚਰਚਾ ਕਰਾਂਗੇ। ਪਹਿਲਾ ਹੈ, ਸਰਦੀ ਅਤੇ ਗਰਮੀ ਰੁੱਤ ਦੀਆਂ ਤਿੰਨ ਸਬਜ਼ੀਆਂ ਦੇ ਨਾਮ ਦੱਸੋ। ਸੋ ਤੁਹਾਡੇ ਸਾਹਮਣੇ ਹੈ ਸਰਦੀਆਂ ਦੀਆਂ ਸਬਜ਼ੀਆਂ। ਦੱਸਣ ਤੋਂ ਪਹਿਲਾਂ ਥੱਲੇ ਗਰਮੀ ਦੀਆਂ ਸਬਜ਼ੀਆਂ ਨੇ, ਤੁਸੀਂ ਉਹਨਾਂ ਬਾਰੇ ਦੱਸ ਸਕਦੇ ਹੋ ਕਿ ਗਰਮੀ ਦੇ ਵਿੱਚ ਕਿਹੜੀਆਂ ਸਬਜ਼ੀਆਂ ਹੁੰਦੀਆਂ ਨੇ। ਜਿਸ ਤਰ੍ਹਾਂ ਤੁਸੀਂ ਤੋਰੀਆਂ ਦੇਖੋ, ਭਿੰਡੀ ਤੋਰੀ ਆਮ ਗਰਮੀ ਦੀ ਸਬਜ਼ੀ ਹੈ, ਇਹ ਲਿਖ ਸਕਦੇ ਹੋ। ਇਸ ਤੋਂ ਇਲਾਵਾ ਜਿਹੜਾ ਹੈ ਉਹ ਤੋਰੀਆਂ ਨੇ ਜਿਹੜੀਆਂ ਵਾਲਾਂ ਲੱਗਦੀਆਂ ਨੇ, ਜਿਸ ਨੂੰ ਅਸੀਂ ਰਾਮ ਤੋਰੀ ਵੀ ਕਹਿ ਦਿੰਦੇ ਹਾਂ, ਜਾਂ ਅਸੀਂ ਉਸ ਨੂੰ ਜਿਹੜਾ ਹੈ ਲੰਬੀ ਤੋਰੀ ਵੀ ਕਹਿ ਦਿੰਦੇ ਹਾਂ। ਕਈ ਨਾਮ ਅਸੀਂ ਰੱਖੇ ਹੋਏ ਨੇ, ਉਹ ਲਿਖ ਸਕਦੇ ਹਾਂ। ਇਸ ਤੋਂ ਇਲਾਵਾ ਗਰਮੀ ਦੀ ਸਬਜ਼ੀ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਸਬਜ਼ੀਆਂ ਨੇ ਜਿਹੜੀਆਂ ਤੁਸੀਂ ਰੋਜ਼ ਖਾਂਦੇ ਹੋ, ਉਹਨਾਂ ਦੇ ਵਿੱਚ ਲਿਖ ਸਕਦੇ ਹੋ। ਸਰਦੀਆਂ ਦੀ ਸਬਜ਼ੀਆਂ ਦੇ ਵਿੱਚ ਤੁਸੀਂ ਗੋਭੀ, ਗਾਜਰ, ਮਟਰ, ਇਹ ਸਬਜ਼ੀਆਂ ਲਿਖ ਸਕਦੇ ਹੋ। ਠੀਕ ਹੈ ਬੇਟਾ। ਇਸ ਤੋਂ ਇਲਾਵਾ ਪ੍ਰਸ਼ਨ ਨੰਬਰ 2 ਹੈ, ਸਰਦੀ ਅਤੇ ਗਰਮੀ ਰੁੱਤ ਦੇ ਤਿੰਨ ਫਲਾਂ ਦੇ ਨਾਮ ਲਿਖੋ। ਇਹ ਵੀ ਬੜਾ ਆਸਾਨ ਹੈ। ਸਰਦੀਆਂ ਦੇ ਜਿਹੜੇ ਫਲ ਆ ਉਹ ਤੁਹਾਨੂੰ ਪਤਾ ਹੀ ਹੈ ਕਿ ਸਰਦੀਆਂ ਦੇ ਵਿੱਚ ਕਿਹੜੇ ਫਲ ਖਾਧੇ ਜਾਂਦੇ ਨੇ ਔਰ ਗਰਮੀਆਂ ਦੇ ਵਿੱਚ ਕਿਹੜੇ ਫਲ ਖਾਧੇ ਜਾਂਦੇ ਨੇ। ਪਹਿਲਾਂ ਗਰਮੀਆਂ ਦੀ ਗੱਲ ਕਰ ਰਹੀਏ, ਕਿਉਂਕਿ ਅਸੀਂ ਅਜੇ ਗਰਮੀ ਦੇ ਵਿੱਚ ਹਾਂ। ਤਾਂ ਗਰਮੀ ਦੇ ਵਿੱਚ ਅਸੀਂ ਅੰਬ ਖਾਧੇ ਨੇ, ਅੰਬ ਲਿਖ ਸਕਦੇ ਹੋ। ਕੇਲਾ ਲਿਖ ਸਕਦੇ ਹੋ। ਗਾਏ ਬਗਾਏ ਸਾਨੂੰ ਸੇਬ ਵੀ ਮਿਲ ਜਾਂਦੇ ਹਨ, ਅਸੀਂ ਸੇਬ ਵੀ ਲਿਖ ਸਕਦੇ ਹਾਂ। ਇਸ ਤੋਂ ਇਲਾਵਾ ਅੰਗੂਰ ਨੇ, ਉਹ ਵੀ ਗਰਮੀਆਂ ਦਾ ਹੀ ਫਲ ਹੈ। ਇਸ ਤੋਂ ਇਲਾਵਾ ਜੇ ਅਸੀਂ ਸਿਆਲ ਦੇ ਫਲਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਬੇਟਾ ਕੇਲਾ ਵੀ ਮਿਲ ਜਾਂਦਾ ਹੈ। ਸਰਦੀਆਂ ਦੇ ਫਲਾਂ ਦੇ ਵਿੱਚ ਸੰਤਰਾ ਜਾਂ ਕਿੰਨੂ ਜਿਸ ਨੂੰ ਕਹਿੰਦੇ ਹਾਂ, ਉਹ ਵੀ ਖਾਸ ਤੌਰ 'ਤੇ ਮਿਲਦਾ ਹੈ। ਇਸ ਤੋਂ ਇਲਾਵਾ ਬੇਟਾ ਸਾਡੇ ਕੋਲ ਸੇਬ ਜਿਹੜਾ ਹੈ ਇਹ ਵੀ ਸਰਦੀ ਦੇ ਵਿੱਚ ਉਪਲਬਧ ਹੁੰਦਾ ਹੈ, ਇਹ ਵੀ ਅਸੀਂ ਖਾਂਦੇ ਹਾਂ। ਇਸ ਤੋਂ ਇਲਾਵਾ ਕੁਛ ਡਰਾਈ ਫਰੂਟ ਹੁੰਦੇ ਨੇ, ਪੁੱਛੇ ਤੇ ਨਹੀਂ ਗਈ, ਉਹ ਵੀ ਆਪਾਂ ਸਰਦੀਆਂ ਦੇ ਵਿੱਚ ਜਿਹੜੇ ਉਹ ਖਾਂਦੇ ਹਾਂ, ਜਿਹਦੇ ਵਿੱਚ ਖਜੂਰ ਹੁੰਦੀ ਹੈ। ਠੀਕ ਹੈ। ਇਸ ਤੋਂ ਇਲਾਵਾ ਗਰਮੀਆਂ ਦੇ ਵਿੱਚ ਪਪੀਤਾ ਹੁੰਦਾ ਹੈ। ਇਸ ਤਰ੍ਹਾਂ ਤੁਸੀਂ ਇਹਨੂੰ ਕੈਟੇਗਰਾਈਜ਼ ਕਰ ਸਕਦੇ ਹੋ ਕਿ ਗਰਮੀਆਂ 'ਚ ਕਿਹੜੇ ਖਾਧੇ ਜਾਂਦੇ ਨੇ, ਸਰਦੀਆਂ 'ਚ ਕਿਹੜੇ ਖਾਧੇ ਜਾਂਦੇ ਨੇ। ਹੁਣ ਅੱਗੇ ਹੈ ਬੇਟਾ ਕੁਛ ਬੁਝਾਰਤਾਂ ਨੇ ਔਰ ਉਹਨਾਂ ਦੇ ਉੱਤਰ ਜਿਹੜੇ ਨੇ ਉਹ ਤੁਹਾਡੇ ਸਾਹਮਣੇ ਉੱਪਰ ਦਿੱਤੇ ਗਏ ਨੇ। ਇਹ ਇਹਨਾਂ ਦੇ ਉੱਤਰ ਨੇ। ਨਾਰੀਅਲ ਹੈ, ਮੱਕੀ ਦੀ ਛੱਲੀ ਹੈ, ਹਰੀ ਅਤੇ ਲਾਲ ਮਿਰਚ ਹੈ, ਕੇਲਾ ਅਤੇ ਪਿਆਜ਼ ਹੈ। ਸੋ ਪਹਿਲਾਂ ਲੈਂਦੇ ਹਾਂ, ਕਟੋਰੇ ਵਿੱਚ ਕਟੋਰਾ ਬੇਟਾ ਬਾਪ ਤੋਂ ਵੀ ਗੋਰਾ। ਇਹਦਾ ਕੀ ਆਨਸਰ ਹੋਏਗਾ ਬੇਟਾ? ਕਟੋਰੇ ਵਿੱਚ ਕਟੋਰਾ ਕਿਹੜਾ ਹੁੰਦਾ ਹੈ? 2 ਪਰਤਾਂ ਹੁੰਦੀਆਂ,
ਇੱਕ ਸਖਤ ਪਰਤ ਹੁੰਦੀ ਹੈ, ਇੱਕ ਨਰਮ ਪਰਤ ਹੁੰਦੀ ਹੈ, ਔਰ ਉਹਦੇ ਵਿੱਚ ਚਿੱਟੇ ਰੰਗ ਦਾ ਜਿਹੜਾ ਹੈ ਉਹ ਸਾਨੂੰ ਪਦਾਰਥ ਮਿਲਦਾ ਹੈ, ਉਹ ਹੈ ਨਾਰੀਅਲ। ਸੋ ਆਪਾਂ ਇੱਥੇ ਲਿਖ ਸਕਦੇ ਹਾਂ ਨਾਰੀਅਲ। ਅੱਗੇ ਹੈ ਬੇਟਾ, ਵੱਟ ਤੇ ਖੜਾ ਪਟਵਾਰੀ, ਲੱਤਾਂ ਥੋਥੀਆਂ ਸਿਰ ਭਾਰੀ। ਇਹਦਾ ਕੀ ਮਤਲਬ ਹੈ ਬੇਟਾ? ਉਹ ਫਸਲ, ਉਹ ਪੌਦਾ ਜਿਹੜਾ ਪੈਰਾਂ ਤੋਂ ਮਤਲਬ ਤਣੇ ਤੋਂ ਜਿਹੜਾ ਹੈ ਉਹ ਪਤਲਾ ਹੋਵੇ ਤੇ ਸਿਰ ਉਹਦਾ ਭਾਰਾ ਹੋਵੇ, ਉਹ ਕਿਹੜਾ ਹੋਏਗਾ ਪੌਦਾ? ਦੱਸੋ ਅੰਦਾਜ਼ਾ ਲਗਾ ਕੇ। ਇਹ ਹੈ ਬੇਟਾ ਵੱਟ ਤੇ ਖੜਾ ਪਟਵਾਰੀ, ਲੱਤਾਂ ਥੋਥੀਆਂ ਸਿਰ ਭਾਰੀ। ਇਹਦਾ ਮਤਲਬ ਇਹ ਹੈ, ਇਹ ਪਿਆਜ਼ ਹੈ ਬੇਟਾ, ਕਿਉਂਕਿ ਜਦੋਂ ਤੁਸੀਂ ਪਿਆਜ਼ ਦਾ ਪੌਦਾ ਦੇਖਦੇ ਹੋ ਤਾਂ ਇੱਕ ਲੰਬੀ ਭੂਕ ਜਿਹੜੀ ਹੈ, ਇੱਕ ਲੰਬਾ ਤਣਾ ਹੁੰਦਾ ਹੈ ਔਰ ਉਸ ਦੇ ਉੱਤੇ ਗੰਢੇਲ ਬਣੀ ਹੁੰਦੀ ਹੈ। ਛੋਟਾ ਜਿਹਾ ਪਿਆਜ਼ ਇੱਕ ਉੱਪਰ ਵੀ ਜਿਹੜਾ ਹੈ ਉਹਦੇ ਉੱਤੇ ਲੱਗਦਾ ਹੈ। ਹਰ ਇੱਕ ਦੇ ਉੱਪਰ ਨਹੀਂ ਲੱਗਦਾ, ਹਰ ਇੱਕ ਪੌਦੇ ਉੱਪਰ ਨਹੀਂ ਲੱਗਦਾ, ਪਰ ਫਿਰ ਵੀ ਜਿਹੜਾ ਹੈ ਸਿਰ ਭਾਰੀ ਦਾ ਮਤਲਬ ਇਹ ਹੈ ਕਿ ਉੱਪਰ ਉਹਦੇ ਸਿਰ ਦੇ ਇੱਕ ਗੰਢ ਜੀ ਬਣੀ ਹੁੰਦੀ ਹੈ। ਇਸ ਕਰਕੇ ਆਪਾਂ ਇਸ ਨੂੰ ਲਿਖਾਂਗੇ ਪਿਆਜ਼। ਅਗਲਾ ਹੈ, ਨਿੱਕਾ ਜਿਹਾ ਸਿਪਾਹੀ, ਉਸਦੀ ਖਿੱਚ ਕੇ ਵਰਦੀ ਲਾਹੀ। ਇਹ ਬੇਟਾ ਹੈ ਕੇਲਾ, ਕਿਉਂਕਿ ਅਸੀਂ ਜਦੋਂ ਕੇਲਾ ਖਾਂਦੇ ਹਾਂ ਤਾਂ ਉਸਦੀ ਛਿਲਕਾ ਉਤਾਰਦੇ ਹਾਂ, ਇਸ ਕਰਕੇ ਉਸਦੀ ਵਰਦੀ ਦਾ ਨਾਮ ਦਿੱਤਾ ਗਿਆ ਹੈ ਕਿ ਉਸਦੀ ਵਰਦੀ ਉਤਾਰ ਕੇ ਅਸੀਂ ਜਿਹੜਾ ਉਸਨੂੰ ਖਾਂਦੇ ਹਾਂ, ਛਿੱਲ ਲਾ ਕੇ ਖਾਂਦੇ ਹਾਂ। ਇਸ ਤਰ੍ਹਾਂ ਇਹ ਕਿਹਾ ਗਿਆ ਹੈ, ਨਿੱਕਾ ਜਿਹਾ ਸਿਪਾਹੀ, ਉਸਦੀ ਖਿੱਚ ਕੇ ਵਰਦੀ ਲਾਹੀ। ਇਸ ਤਰ੍ਹਾਂ ਹੀ ਚੌਥਾ ਦੇਖੋ, ਹਰੀ ਸੀ ਮਨ ਭਰੀ ਸੀ, ਲਾਲਾ ਮੋਤੀ ਜੜੀ ਸੀ, ਰਾਜਾ ਜੀ ਦੇ ਬਾਗ ਵਿੱਚ ਦੁਸ਼ਾਲਾ ਲਈ ਖੜੀ ਸੀ। ਇਹ ਹੈ ਬੇਟਾ ਮੱਕੀ ਦੀ ਛੱਲੀ। ਇਸ ਨੂੰ ਆਪਾਂ ਇਹ ਕਹਿੰਦੇ ਹਾਂ ਮੱਕੀ ਦੀ ਛੱਲੀ। ਠੀਕ ਹੈ ਬੇਟਾ।